बंदना पंकज बंदना सिमरो अंगद दोक निकंदना दोक निकंदना अमरदास गौर हृदय श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोविंद शुभ मत पर शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाला परम कृपाला गुरु गोबिंद सिंह विशाला गुरु गोबिंद सिंह विशाला तरों तरा पुर पुन पुन सीसा जी पुन पुन सीसा बंदों बार बार जगदीसा बंदों बार बार जगदीसा। श्री गुरु ग्रंथ साहिब पातशाह महाराज जी दी पावन पवित्र हजूरी अंदर जुड़ बैठी गुरु प्यारी साध संगत जी आप जी शाम के दीवाना दे अंदर जो गुरु अमरदास महाराज जी के पावन जीवन की कथा चल रही है उसनूं श्रवण करन दे लई गुरु दरबार विच हाजिर हो। कल आपां ये प्रसंग श्रवण कर रहे सी एक अकबर दा भेजिया सेनापति गोइंदवाल साहिब ते चढ़ाई करदा है ते उत्थों दे लोकां नूं कहंदा है मैनूं नजराने वजों एक एक रजत पण दे के जाओ। सारे पिंड दे लोग इकट्ठे होके गुरु अमरदास महाराज जी दे कोल आउंदे ने कहंदे महाराज बड़ी भारी समस्या दे विच फस गए हाँ साडे तो पैसिਆਂ दी मंग सेनापति आके कर रहा है। श्री गुरु अमरदास जी महाराज कहंदे ने थोड़ा हौसला रखो ये इत्थे नहीं रहेगा। अगले दिन अकबर दा एक एलची एक प्यादा एक चिट्ठी लैके आउंदा है जिहदे विच ये लिखिया हुंदा है हुणे ही फौज नूं लैके पश्चिम देश वस पहुंचो। पर जांदा जांदा वो सेनापति ये गल कहंदा है मैं जदों मुड़ के आवांगा गुरु नूं जरूर वेखांगा। इत्थों तो इहदी कथा असीं श्रवण कीती सी। आओ हुण जिवें अगे कथा चलदी है बड़े प्यार सत्कार नाल गुरु मंत्र दा जाप करदे आरंभ करिए। सतनाम श्री वाहिगुरु साहिब जी सतनाम श्री वाहिगुरु साहिब जी। चित वह बुरा गुरु घर संग किम ठहरै पूरन होए भंग। महाराज जी कहन लगे जिहड़ा मनुख परमात्मा दे द्वारियां बारे माड़ा सोचन लग जाए जिहदी नीयत परमात्मा दे घर वाल ही माड़ी हो जाए जिथे परमात्मा की गल होनी है उहदा उपदेश दिता जाना है जिस मनुख की नज़र उधर ही माड़ी हो जाए वो फिर रह नहीं सकता बहुते दिनों तक उहदा काम नहीं चलता है। इम कह तू सन भये बसाई
ਗਇਓ ਬ੍ਰਿਖ ਤੁਰਕਨ ਪਰ ਧਾਈ। ਐਵੇਂ ਹੀ ਮਹਾਰਾਜ ਇੰਨੀ ਗੱਲ ਕਹਿ ਕੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਚੁੱਪ ਹੋ ਗਏ। ਪਰ ਉਹ ਮਨੁੱਖ ਹੰਕਾਰ ਦੇ ਵਿੱਚ ਸੈਨਾਪਤੀ ਚੜ੍ਹਿਆ ਹੋਇਆ ਤੁਰਕਨਾਂ ਦੇ ਉੱਤੇ ਚੜ੍ਹਾਈ ਕਰ ਦਿੱਤੀ ਹੈ। ਇੱਕ ਦੋਏ ਜੰਗ ਅਖਾੜੇ ਭਏ, ਬਰਫ ਗਿਰਨ ਮੈਂ ਸਭ ਧਸ ਗਏ। ਦੋ ਲੜਾਈਆਂ ਹੋਈਆਂ, ਬਰਫ਼ ਡਿੱਗੀ ਉੱਤੋਂ, ਜਿਹੜੇ ਜਿੰਨੇ ਵੀ ਉੱਥੇ ਲੋਕ ਸਨ, ਸੈਨਾ ਸੀ, ਸਾਰੀ ਬਰਫ਼ ਦੇ ਵਿੱਚ ਧਸ ਗਈ ਹੈ। ਨਾਕ ਸੀਤ ਤੇ ਠਰ ਗਿਰ ਭਰਿਓ, ਦੁਦਤ ਭਏ ਬਜਾਵਣ ਕਰਿਓ। ਪਹਾੜਾਂ ਵਿੱਚ ਠੰਡ ਬੜੀ ਸੀ, ਡਿੱਗਣ ਦੇ ਨਾਲ ਉਹ ਸੈਨਾਪਤੀ ਉੱਥੇ ਧਸ ਗਿਆ। ਦੂਜੀ ਸਾਈਡ ਚੋਂ ਸੈਨਾ ਨੇ ਨਗਾਰਾ ਵਜਾ ਦਿੱਤਾ ਹੈ। ਭਈ ਬਰਫ ਨਭ ਬਰਖਾ ਘਣੀ, ਦੱਬਿਓ ਬੀਰਬਲ ਜੁੱਧ ਸਭ ਅਣੀ। ਆਕਾਸ਼ ਤੋਂ ਬੜੀ ਬਰਫ਼ਬਾਰੀ ਹੋਈ, ਵਰਖਾ ਹੋਈ। ਉਹ ਸੈਨਾਪਤੀ ਜਿਹਦਾ ਨਾਮ ਬੀਰਬਲ ਮੰਨਿਆ ਜਾਂਦਾ ਹੈ, ਉਹ ਉਹਦੇ ਬਰਫ਼ ਦੇ ਸਮੇਤ, ਆਪਣੇ ਘੋੜੇ ਸਮੇਤ ਉਹਦੇ ਵਿੱਚ ਦਬ ਗਿਆ ਹੈ। ਗੁਰ ਕੋ ਬਾਤ ਸਦਾ ਸੁਖ ਲਾਵੈ, ਨਹੀਂ ਸੁਰਾਸੁਰ ਕੋ ਉਲਟਾਵੈ। ਕਵੀ ਜੀ ਕਹਿੰਦੇ ਨੇ ਗੁਰੂ ਦਾ ਵਾਕ ਪੂਰਾ ਹੋਇਆ, ਕਿਉਂਕਿ ਗੁਰੂ ਦੇ ਵਾਕ ਨੂੰ ਨਾ ਕੋਈ ਦੇਵਤਾ ਉਲਟਾ ਸਕਦਾ ਹੈ, ਨਾ ਕੋਈ ਰਾਖਸ਼ ਉਲਟਾ ਸਕਦਾ ਹੈ। ਜਿਹੜਾ ਵਾਕ ਗੁਰੂ ਦੇ ਮੁਖ ਤੋਂ ਸਹਿ ਸੁਭਾਈ ਹੋ ਜਾਂਦਾ ਹੈ, ਉਸ ਵਾਕ ਦਾ ਤੋੜ ਨਹੀਂ ਹੈ। ਜਿਹਨੂੰ ਬਾਣੀ ਕਹਿੰਦੀ ਹੈ, ਸਾਧੂ ਬੋਲੇ ਸਹਿ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਬੰਦਗੀ ਕਰਨ ਵਾਲੇ ਦੀ ਰਸਨਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਇੰਨੀ ਪਵਿੱਤਰ ਹੋ ਜਾਂਦੀ ਹੈ। ਬੰਦਗੀ ਕਰਦਿਆਂ ਕਰਦਿਆਂ ਉਹਦੀ ਰਸਨਾ ਤੋਂ ਜਿਹੜੇ ਵੀ ਸ਼ਬਦ ਬੋਲੇ ਜਾਂਦੇ ਨੇ, ਉਹ ਸ਼ਬਦ ਸੱਚ ਹੁੰਦੇ ਚਲੇ ਜਾਂਦੇ ਨੇ। ਔਰ ਇਹ ਨਹੀਂ ਬੰਦਗੀ ਕੋਈ ਵੀ ਕਰੇ, ਕੋਈ ਵੀ ਮਨੁੱਖ ਬੰਦਗੀ ਕਰੇ, ਅੱਜ ਕਰੇਗਾ 5-10 ਦਿਨਾਂ 'ਚ, 20 ਦਿਨਾਂ 'ਚ, ਹੌਲੀ ਹੌਲੀ ਜਿਹੜੇ ਵਾਕ ਨੇ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਨੇ। ਜਿਵੇਂ ਖਡੂਰ ਸਾਹਿਬ ਦੀ ਧਰਤੀ 'ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬੈਠੇ ਸਨ। ਉੱਥੇ ਇੱਕ ਤਪਾ ਰਹਿੰਦਾ ਸੀ, ਜਿਹੜਾ ਮਹਾਰਾਜ ਜੀ ਨਾਲ ਬੜੀ ਈਰਖਾ ਕਰਦਾ ਸੀ। ਈਰਖਾ ਕਰਨ ਦਾ ਇਹ ਨਤੀਜਾ ਹੋਇਆ, ਉੱਥੇ ਉਸ ਪਿੰਡ ਦੇ ਵਿੱਚ ਵਰਖਾ ਨਾ ਪਈ, ਅਕਾਲ ਪੈ ਗਿਆ। ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ, ਕਹਿੰਦੇ ਨੇ ਮੀਂਹ ਨਹੀਂ ਪੈ ਰਿਹਾ, ਇਹਦਾ ਕੋਈ ਤੋੜ ਦੱਸੋ। ਉਹ ਕਹਿੰਦੇ ਚਲੋ ਆਪਾਂ ਜਿਹੜਾ ਤਪਾ ਹੈ ਉਹਦੇ ਕੋਲ ਚੱਲਦੇ ਹਾਂ, ਕਿਉਂਕਿ ਤਪਾ ਸਾਡਾ ਗੁਰੂ ਹੈ। ਤਪਾ ਕਹਿੰਦਾ ਮੀਂਹ ਤੇ ਪੈ ਜਾਏਗਾ, ਪਹਿਲਾਂ ਇਵੇਂ ਕਰੋ, ਆਪਣੇ ਪਿੰਡੋਂ ਗੁਰੂ ਅੰਗਦ ਸਾਹਿਬ ਜੀ ਨੂੰ ਕੱਢ ਦਿਓ, ਕਿਉਂਕਿ ਉਹਨਾਂ ਨੇ ਸ਼ਾਸਤਰਾਂ ਦੀ ਮਰਿਆਦਾ ਹੀ ਭੰਗ ਕਰ ਦਿੱਤੀ ਹੈ। ਨਾ ਕੋਈ ਉਹ ਦਾਨ ਨੂੰ ਮੰਨਦੇ ਨੇ, ਉਹਦੇ ਇੱਕੋ ਹੀ ਗੱਲ ਕਹਿੰਦੇ ਨੇ, ਨਾਮ ਜਪੋ ਬਸ, ਹੋਰ ਤੇ ਗੱਲ ਕਰਦੇ ਹੀ ਨਹੀਂ। ਹੁਣ ਪਿੰਡ ਦੇ ਸ਼ਰੀਫ ਭੋਲੇ ਭਾਲੇ ਲੋਕ, ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਨਹੀਂ ਪਤਾ। ਉਹ ਆ ਕੇ ਮਹਾਰਾਜ ਜੀ ਨੂੰ ਕਹਿੰਦੇ ਨੇ, ਕਹਿੰਦੇ ਚੁੱਪਚਾਪ ਤੁਸੀਂ ਇਹ ਪਿੰਡ ਦੇ ਵਿੱਚੋਂ ਨਿਕਲ ਜਾਵੋ। ਮਹਾਰਾਜ ਕਹਿੰਦੇ ਸਾਡਾ ਕੀ ਕਸੂਰ ਹੈ। ਕਹਿੰਦੇ ਬਾਰਿਸ਼ ਨਹੀਂ ਪੈ ਰਹੀ। ਤਪਾ ਕਹਿੰਦਾ ਬਾਰਿਸ਼ ਤੁਹਾਡੇ ਕਰਕੇ ਨਹੀਂ ਪੈ ਰਹੀ। ਮਹਾਰਾਜ ਕਹਿੰਦੇ ਬਾਰਿਸ਼ ਪੈਣੀ ਨਾ ਪੈਣੀ ਇਹ ਤੇ ਪਰਮੇਸ਼ਰ ਦੇ ਹੱਥ ਵਿੱਚ ਹੈ, ਸਾਡੇ ਹੱਥ ਵਿੱਚ ਥੋੜੀ ਨਾ। ਇਹ ਤੇ ਉਹਦੀ ਮਰਜ਼ੀ ਹੈ। ਉਹ ਚਾਹੇ ਤੇ ਥਲੀਆਂ ਨੂੰ ਅਸਗਾਹ ਕਰ ਸਕਦਾ ਹੈ, ਜਿੱਥੇ ਅਸਗਾਹ ਨੇ, ਜਿੱਥੇ ਸਮੁੰਦਰ ਨੇ, ਉੱਥੇ ਧਰਤੀ ਬਣਾ ਸਕਦਾ ਹੈ। ਇਹ ਤੇ ਉਹਦੀ ਮਰਜ਼ੀ ਹੈ, ਸਾਡੇ ਦੇ ਹੱਥ ਵਿੱਚ ਕੁਛ ਨਹੀਂ। ਕਹਿੰਦੇ ਨਹੀਂ, ਸਾਨੂੰ ਗਿਆਨ ਦੀ ਲੋੜ ਨਹੀਂ ਹੈ, ਸਾਨੂੰ ਵਰਖਾ ਦੀ ਲੋੜ ਹੈ, ਤੁਸੀਂ ਪਿੰਡ ਚੋਂ ਨਿਕਲ ਜਾਓ। ਮਹਾਰਾਜ ਪਿੰਡ ਚੋਂ ਨਿਕਲ ਗਏ। ਗੁਰੂ ਅਮਰਦਾਸ ਜੀ ਆਏ, ਉਹਨਾਂ ਨੂੰ ਪਤਾ ਲੱਗਿਆ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਏਡੇ ਵੱਡੇ ਗੁਰੂ ਸਾਹਿਬ ਦੀ ਇਹਨਾਂ ਬੇਅਦਬੀ ਕੀਤੀ ਹੈ। ਮਹਾਰਾਜ ਜੀ ਨੇ ਸਹਿ ਸੁਭਾਏ ਕਹਿ ਦਿੱਤਾ, ਇਹ ਤਪੇ ਨੂੰ ਜਿੱਥੋਂ ਤਾਈਂ ਤੁਸੀਂ ਖਿੱਚ ਕੇ ਲੈ ਜਾਵੋਗੇ, ਉੱਥੋਂ ਤਾਈਂ ਮੀਂਹ ਪੈ ਜਾਵੇਗਾ। ਪਿੰਡ ਦੇ ਲੋਕ ਤਪੇ ਕੋਲ ਆਏ ਤੇ ਮਹਾਰਾਜ ਜੀ ਨੇ ਨਿਸ਼ਾਨੀ ਇਹ ਦੱਸੀ ਗੁਰੂ ਅਮਰਦਾਸ ਜੀ ਨੇ, ਕਿਉਂਕਿ ਹਜੇ ਗੁਰੂ ਨਹੀਂ ਬਣੇ, ਸੇਵਾ ਕਰਦੇ ਨੇ, ਸਿਰਫ ਬੰਦਗੀ ਕਰਦੇ ਨੇ। ਮੈਂ ਗੱਲ ਕਰ ਰਿਹਾ, ਸਿਰਫ ਮਨੁੱਖ ਬੰਦਗੀ ਕਰੀ ਜਾਏ। ਬੰਦਗੀ ਵਿੱਚ ਇੰਨੀ ਪਾਵਰ ਹੈ, ਬੰਦਗੀ ਵਿੱਚ ਇੰਨੀ ਸ਼ਕਤੀ ਹੈ। ਉਹਦੇ ਵਾਕ ਪ੍ਰਕਿਰਤੀ ਨੂੰ ਵੀ ਮੰਨਣੇ ਪੈਂਦੇ ਨੇ। ਜੇ ਉਹ ਕਹੇਗਾ ਬਾਰਿਸ਼ ਹੋਏ, ਬਾਰਿਸ਼ ਹੋ ਜਾਏਗੀ।
ਜੇ ਉਹ ਕਹੇ ਬਾਰਿਸ਼ ਰੁਕ ਜਾਏ, ਬਾਰਿਸ਼ ਰੁਕ ਜਾਂਦੀ ਹੈ। ਉਹਦੇ ਬੋਲਾਂ ਵਿੱਚ ਸੱਤਿਆ ਹੁੰਦੀ ਹੈ, ਕਿਉਂਕਿ ਹਮੇਸ਼ਾ ਜੀਭ ਦੇ ਉੱਤੋਂ ਵਾਹਿਗੁਰੂ ਵਾਹਿਗੁਰੂ ਰੱਬ ਦਾ ਨਾਂ ਹੀ ਬੋਲਣਾ ਹੈ। ਬੰਦਗੀ ਦੀ ਇੰਨੀ ਸ਼ਕਤੀ ਬਣ ਜਾਂਦੀ ਹੈ ਮਨੁੱਖ ਦੇ ਅੰਦਰ। ਮਹਾਰਾਜ ਕਹਿਣ ਲੱਗੇ, ਗੁਰੂ ਅਮਰਦਾਸ ਜੀ ਨੇ ਕਿਹਾ, ਪਹਿਲਾਂ ਉਹਨੂੰ ਬਾਹਰ ਲੈ ਕੇ ਆ ਜਾਓ ਇੱਕ ਵਾਰੀ। ਜਦੋਂ ਹੀ ਬਾਹਰ ਉਹ ਆਏਗਾ ਨਾਲੋਂ ਨਾਲ ਮੀਂਹ ਪੈ ਜਾਏਗਾ, ਤੁਹਾਨੂੰ ਨਿਸ਼ਚਾ ਵੀ ਹੋ ਜਾਏਗਾ ਵੀ ਮੀਂਹ ਪੈਣ ਵਾਲਾ ਹੈ। ਉਹਨੂੰ ਬਾਹਰ ਕੱਢ ਕੇ ਲਿਆਏ ਵੀ ਤੱਪਾ ਜੀ ਬਾਹਰ ਆ ਕੇ ਤੇ ਵੇਖੋ ਖੇਤਾਂ ਨੂੰ। ਥੋੜਾ ਬਾਹਰ ਆਏ, ਬਾਰਿਸ਼ ਸ਼ੁਰੂ ਹੋ ਗਈ। ਉਹਨਾਂ ਸੋਚਿਆ ਇਹ ਸੱਚਾਈ ਹੈ। ਮਹਾਰਾਜ ਉੱਥੇ ਹੀ ਸਨ। ਕਹਿੰਦੇ ਇਹਨੂੰ ਖਿੱਚ ਕੇ ਲੈ ਕੇ ਜਾਓ, ਜਿਹਦੇ ਜਿਹਦੀ ਪੈਲੀ 'ਤੇ ਜਾਏਗਾ ਉੱਥੇ ਉੱਥੇ ਮੀਂਹ ਪੈਣਾ ਹੈ। ਹੁਣ ਉਹਨੂੰ ਖਿੱਚਣ ਲੱਗੇ। ਹੁਣ ਇੱਕ ਮਨੁੱਖ ਸਾਰੀਆਂ ਪੈਲੀਆਂ 'ਤੇ ਕਿੱਥੇ ਜਾਏ? ਤੇ ਮਹਾਰਾਜ ਕਹਿੰਦੇ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਹੀ ਪੈਣਾ ਹੈ। ਜਿਹਦੀ ਪੈਲੀ 'ਚ ਪਹੁੰਚ ਗਿਆ ਉਹਦੇ ਪੈ ਜਾਣਾ। ਜਿਹਦੇ ਖੇਤਾਂ 'ਚ ਇਹਦੇ ਪੈਰ ਪੈ ਗਏ ਉੱਥੇ ਬਾਰਿਸ਼। ਪਿੰਡ ਵਾਲਿਆਂ ਲੋਕਾਂ ਨੇ ਉਹਨੂੰ ਵਹਿੜ ਕੇ ਇਹਦੇ ਪਿੱਛੇ ਪਾਇਆ। ਕਿਸੇ ਨੇ ਉਹਨੂੰ ਬਾਹਾਂ ਤੋਂ ਘਸੀਟਿਆ, ਕਿਸੇ ਨੇ ਪੈਰਾਂ ਤੋਂ ਘਸੀਟਿਆ। ਜਿੱਥੋਂ ਤਾਈਂ ਖਿੱਚਿਆ ਉੱਥੋਂ ਤਾਈਂ ਕੋਈ ਬਾਂਹ ਕੱਢ ਕੇ ਲੈ ਗਿਆ। ਜਿੱਥੋਂ ਤਾਈਂ ਲੈ ਗਏ ਉੱਥੋਂ ਤਾਈਂ ਬਾਰਿਸ਼ ਪਈ। ਗੱਲ ਇਹ ਹੈ, ਸਤਿਪੁਰਸ਼ ਜਿਹੜਾ ਵੀ ਵਾਕ ਕਹਿੰਦੇ ਨੇ, ਵਾਕ ਕਿਸੇ ਦੇ ਹਿੱਤ ਅਹਿਤ ਲਈ ਇਹ ਨਹੀਂ, ਕਿਸੇ ਦੇ ਮਾੜੇ ਲਈ ਉਹ ਕੱਢਦੇ ਨੇ। ਜੋ ਵੀ ਉਹਨਾਂ ਦੇ ਮੁਖ ਚੋਂ ਨਿਕਲਦਾ ਸਹਿ ਸੁਭਾਏ ਹੈ। ਔਰ ਇਹ ਨਹੀਂ ਕੋਈ ਇੱਕ ਮਨੁੱਖ, ਕੋਈ ਵੀ ਮਨੁੱਖ ਬੰਦਗੀ ਕਰ ਸਕਦਾ ਹੈ। ਇਹ ਸੱਤਿਆ ਤੇ ਹਰੇਕ ਮਨੁੱਖ ਕੋਲ ਹੀ ਆ ਸਕਦੀ ਹੈ। ਕੋਈ ਵੀ ਬੰਦਗੀ ਕਰੇ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਕੋਈ ਗਾਵੈ ਕੋ ਸੁਣੈ, ਇਹ ਨਹੀਂ ਕੋਈ ਸਪੈਸ਼ਲ ਮਨੁੱਖ ਕਿਸੇ ਧਰਮ ਦਾ ਨਹੀਂ। ਕੋਈ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਗਾਵੇ, ਰੱਬ ਦਾ ਨਾਂ ਕੋਈ ਜਪੇ। ਕੋਈ ਗਾਵੈ ਕੋ ਸੁਣੈ, ਹਰ ਨਾਮਾ, ਪਰਮੇਸ਼ਰ ਦਾ ਨਾਮ ਚਿੱਤ ਲਾ ਕੇ, ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ। ਇਹਦੇ ਵਿੱਚ ਕਬੀਰ ਜੀ ਕਹਿੰਦੇ ਸ਼ੰਕੇ ਵਾਲੀ ਗੱਲ ਨਹੀਂ ਹੈ। ਅੰਤ ਪਰਮ ਗਤ ਪਾਏ, ਅੰਤ ਨੂੰ ਪਰਮ ਗਤੀ ਨੂੰ ਪ੍ਰਾਪਤ ਹੋ ਜਾਏਗਾ। ਇੱਕ ਦਿਨ ਸਤਿਗੁਰ ਨਿਸ਼ਾ ਮਹਿ, ਸਹਿਜਾ ਪਰ ਸੁਪਤਾਏ। ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਰਾਤ ਨੂੰ ਆਪਣੇ ਪਲੰਗ ਦੇ ਉੱਤੇ ਵਿਸ਼ਰਾਮ ਕਰ ਰਹੇ ਸਨ। ਕੂਕ ਪੁਕਾਰੀ ਨਾਰ ਇੱਕ, ਸਗਰੀ ਪੁਰੀ ਸੁਨਾਏ। ਮਹਾਰਾਜ ਲੰਮੇ ਪਏ, ਇੱਕ ਇਸਤਰੀ ਦੀ ਆਵਾਜ਼ ਆਉਂਦੀ ਹੈ ਬੜੀ ਜ਼ੋਰ ਲਾ ਲਾ ਕੇ, ਜਿਵੇਂ ਕੋਈ ਚਿਲਾ ਰਿਹਾ ਹੋਏ। ਇੱਕ ਇਸਤਰੀ ਬਾਹਰ ਚਲਾ ਰਹੀ ਹੈ, ਚਲਾ ਚਲਾ ਕੇ ਸਾਰੇ ਨਗਰ ਨੂੰ ਹੀ ਸੁਣਾ ਰਹੀ ਹੈ। ਗੁਰ ਕੇ ਖੁੱਲੇ ਸੁਣਤ ਹੀ ਨੈਣ, ਬੋਲੇ ਦਾਸ ਸੰਗ ਸੁਖ ਦੈਨ। ਮਹਾਰਾਜ ਜੀ ਨੇ ਆਵਾਜ਼ ਸੁਣੀ, ਨੇਤਰ ਖੋਲੇ। ਨਾਲ ਜਿਹੜਾ ਦਾਸ ਹੈ, ਸੇਵਾਦਾਰ ਹੈ, ਬੈਠਾ ਹੈ, ਉਹਨੂੰ ਪੁੱਛਦੇ ਨੇ, ਕਹਿੰਦੇ ਭਾਈ ਇਹ ਕੌਣ ਬਾਹਰ ਰੌਲਾ ਪਾ ਰਿਹਾ ਹੈ? ਕੌਣ ਅਚਾਨਕ ਕੀਨ ਪੁਕਾਰੀ, ਕਿਸ ਤੇ ਦੁੱਖ ਪਾਇਓ ਇਸ ਨਾਰੀ। ਇਹ ਕੌਣ ਨਾਰੀ ਹੈ ਜਿਹੜੀ ਇੰਨੀ ਰਾਤ ਨੂੰ ਚਿਲਾ ਰਹੀ ਹੈ? ਕਿਹੜੀ ਗੱਲ ਤੋਂ ਇਸ ਨੇ ਦੁੱਖ ਪ੍ਰਾਪਤ ਕੀਤਾ ਹੈ? ਸੁਣ ਬੱਲੂ ਨੇ ਤਬਹਿ ਬਤਾਈ, ਪੁੱਤਰ ਪੁੱਤਰ ਕਹਿ ਕੋ ਬਿਲ ਲਾਈ। ਮਹਾਰਾਜ ਜੀ ਦਾ ਸੇਵਕ ਹੈ ਭਾਈ ਬੱਲੂ। ਉਹ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਇਹ ਤੇ ਪੁੱਤਰ ਪੁੱਤਰ ਕਹਿ ਕੇ ਚਲਾ ਰਹੀ ਹੈ, ਪਤਾ ਨਹੀਂ ਕਿਉਂ ਰੋ ਰਹੀ ਹੈ। ਪਰ ਇਹਦੇ ਆਵਾਜ਼ ਇੱਕ ਹੀ ਆ ਰਹੀ ਹੈ, ਪੁੱਤਰ ਪੁੱਤਰ ਦੀ ਇਹਦੇ ਮੂੰਹ ਚੋਂ ਆਵਾਜ਼ ਆ ਰਹੀ ਹੈ। ਕਹਾਂ ਭਇਓ ਪਚ ਜਾਏ ਨਾ ਜਾਨਾ, ਨੰਦਨ ਦੁਖੀ ਕੇ ਹੱਥ ਭਾ ਪ੍ਰਾਨਾ। ਮਹਾਰਾਜ ਇਹ ਜਾਣਿਆ ਨਹੀਂ ਜਾ ਰਿਹਾ ਵੀ ਹੋਇਆ ਕੀ ਹੈ। ਜਾਂ ਤੇ ਇਵੇਂ ਲੱਗਦਾ ਇਹਦਾ ਪੁੱਤਰ ਦੁਖੀ ਹੈ, ਜਾਂ ਉਹਦੀ ਮ੍ਰਿਤਿੂ ਹੋ ਗਈ ਹੈ। ਦੋ ਗੱਲਾਂ ਨੇ, ਪਰ ਮਹਾਰਾਜ ਮੈਨੂੰ ਹਜੇ ਪੱਕੇ ਤੌਰ ਤੇ ਪਤਾ ਨਹੀਂ ਹੈ। ਸਤਿਗੁਰ ਕਹਿਓ ਜਾਏ ਸੁਧ ਆਨੋ, ਭਈ ਦੁਖੀ ਕਿਮ ਹਮਹਿ ਬਖਾਨੋ। ਮਹਾਰਾਜ ਦਿਆਲੂ ਨੇ। ਮਹਾਰਾਜ ਕਹਿੰਦੇ ਜਾਓ ਭਾਈ, ਜਾ ਕੇ ਪਤਾ ਕਰੋ ਇਹ ਕਿਹੜੀ ਗੱਲੋਂ ਦੁਖੀ ਹੈ, ਇਸ ਨੂੰ ਦੁੱਖ ਕਿਸ ਚੀਜ਼ ਦਾ ਹੋਇਆ ਹੈ। ਸੁਣ ਆਇਸ ਬੱਲੂ ਚੱਲ ਗਇਓ, ਨਿਰਤਕ ਪੁੱਤਰ ਤੇ ਦੇਖਤ ਭਇਓ। ਇਹ ਗੱਲ ਸੁਣ ਕੇ ਭਾਈ ਬੱਲੂ ਚਲਾ ਗਿਆ। ਜਾ ਕੇ ਵੇਖਦਾ ਅੱਗੇ ਉਹਦਾ ਪੁੱਤਰ ਪਿਆ ਹੈ ਤੇ ਪੁੱਤਰ ਦੀ ਮੌਤ ਹੋ ਗਈ ਹੈ। ਸਭ ਬਿਦ ਬੂਝ ਗੁਰੂ ਡਿਗ ਕਹਿਓ,
ਤ੍ਰਿਐ ਵਿਧਵਾ ਕੇ ਇੱਕ ਸੁਤ ਰਹਿਓ। ਸਾਰਾ ਕੁਝ ਪੁੱਛ ਕੇ ਉਹਨੇ ਗੁਰੂ ਸਾਹਿਬ ਜੀ ਨੂੰ ਕਿਹਾ, ਕਹਿੰਦੇ ਮਹਾਰਾਜ ਜੀ ਇੱਕ ਇਸਤਰੀ ਵਿਧਵਾ ਸੀ ਤੇ ਉਸ ਦਾ ਇੱਕ ਪੁੱਤਰ ਸੀ, ਉਹੀ ਮਰ ਗਿਆ ਹੈ। ਤਈਆ ਤਾਪ ਖੇਦ ਤਿਸ ਦੇਖੈ, ਕਰਿਓ ਮਿਰਤਕ ਬਹੁ ਨਿਰਬਲ ਕਹਿ ਕੈ। ਮਹਾਰਾਜ ਤਈਆ ਤਾਪ ਜਿਹੜਾ ਹੈ ਉਸਨੇ ਇਹਦੇ ਪੁੱਤਰ ਦਾ ਸਾਰਾ ਖੂਨ ਨਿਚੋੜ ਲਿਆ ਹੈ, ਉਹਦੇ ਨਾਲ ਇਹ ਨਿਰਬਲ ਹੋਇਆ ਔਰ ਇਹ ਮਰ ਗਿਆ ਹੈ। ਸੁਣ ਗੁਰ ਕਹਿਓ ਪ੍ਰਾਤ ਜਬ ਹੋਏ, ਮਰਿਓ ਪੁੱਤਰ ਤਿਸ ਜੀਵਨ ਹੋਏ। ਮਹਾਰਾਜ ਜੀ ਨੇ ਸੁਣ ਕੇ ਕਿਹਾ ਵੀ ਚਲੋ ਚਿਲਾ ਰਹੀ ਹੈ, ਉਹਨੂੰ ਜਾ ਕੇ ਇਹ ਕਹਿ ਦੇਵੋ ਵੀ ਰਾਤ ਹੋ ਜਾਏ, ਸਵੇਰੇ ਇਹਦਾ ਜਿਹੜਾ ਮਰਿਆ ਹੋਇਆ ਪੁੱਤਰ ਹੈ ਇਹ ਜੀਵਿਤ ਹੋ ਜਾਏਗਾ। ਅਬ ਕਹਿ ਦੇਹੋ ਨਾ ਕਰਹਿ ਬਿਰਲਾਪ, ਬੰਦ ਹੈ ਕੈਦ ਜੇ ਤਈਆ ਤਾਪ। ਮਹਾਰਾਜ ਜੀ ਕਹਿੰਦੇ ਉਹਨੂੰ ਜਾ ਕੇ ਕਹਿ ਦੋ ਵੀ ਹੁਣ ਰੋਏ ਨਾ, ਸਵੇਰੇ ਬੱਚਾ ਠੀਕ ਹੋ ਜਾਏਗਾ, ਕਿਉਂਕਿ ਤਈਏ ਤਾਪ ਨੂੰ ਅਸੀਂ ਕੈਦ ਵਿੱਚ ਕਰ ਲਿਆ ਹੈ। ਸੁਣ ਬੱਲੂ ਨੇ ਜਾਏ ਹਟਾਈ, ਭਈ ਭੋਰ ਸੁਤ ਮ੍ਰਿਤ ਲੈ ਆਈ। ਇਹ ਸੁਣ ਕੇ ਬੱਲੂ ਨੇ ਜਾ ਕੇ ਉਸ ਔਰਤ ਨੂੰ ਰੋਣ ਤੋਂ ਹਟਾ ਦਿੱਤਾ ਹੈ। ਉਠ ਸਤਿਗੁਰ ਤੇ ਚਰਨ ਲਗਾਇਓ, ਤੁਰਨ ਬਾਲਕ ਤਬਹਿ ਜੀਵਾਇਓ। ਸਵੇਰ ਹੋਈ, ਉਹ ਬਾਲਕ ਨੂੰ ਲੈ ਕੇ ਮਹਾਰਾਜ ਦੇ ਦਰਵਾਜ਼ੇ ਆ ਗਈ ਤੇ ਲਿਆ ਕੇ ਆਪਣੇ ਬੱਚੇ ਨੂੰ ਮਹਾਰਾਜ ਦੇ ਚਰਨਾਂ ਨਾਲ ਲਗਾਇਆ ਹੈ। ਬੱਚਾ ਉਹਦਾ ਜੀਵਿਤ ਹੋ ਗਿਆ ਹੈ। ਪੁਨ ਗੁਰ ਤਈਆ ਤਾਪ ਹਕਾਰਿਓ, ਤਿਸ ਕੋ ਬਾਲਕ ਸਮ ਤਨ ਧਾਰਿਓ। ਫਿਰ ਮਹਾਰਾਜ ਜੀ ਨੇ ਇੱਕ ਕਥਾ ਹੈ, ਕਵੀ ਜੀ ਦੱਸ ਰਹੇ ਨੇ, ਕਹਿੰਦੇ ਆਮ ਕਰਕੇ ਪਹਿਲੇ ਸਮਿਆਂ ਦੇ ਵਿੱਚ ਨਾ ਲੋਕੀ ਮੰਤਰਾਂ ਤੰਤਰਾਂ ਦੇ ਨਾਲ ਬੜੀਆਂ ਬੜੀਆਂ ਚੀਜ਼ਾਂ ਨੂੰ ਵਸ ਵਿੱਚ ਕਰ ਲੈਂਦੇ ਸਨ। ਇਹ ਚੱਲਦਾ ਸੀ। ਕਈ ਥਾਵਾਂ ਤੇ ਬਿਮਾਰੀਆਂ, ਕਈ ਥਾਵਾਂ ਤੇ ਮੱਛਰ, ਐਸੇ ਵਿਦੇਸ਼ਾਂ ਵਿੱਚ ਵੀ ਐਸੇ ਉਦਾਹਰਣ ਆਉਂਦੇ ਨੇ ਜਦੋਂ ਅਸੀਂ ਪੜ੍ਹਨ ਲੱਗਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਵੀ ਇਹ ਤਈਆ ਤਾਪ ਜਿਹੜਾ ਹੈ ਹੁਣ ਇਹ ਦੁਬਾਰਾ ਨਹੀਂ ਲੱਗੇਗਾ, ਕਿਉਂਕਿ ਇਹਨੂੰ ਅਸੀਂ ਵਸ ਵਿੱਚ ਕਰ ਲਿਆ, ਭਾਵ ਇਹਨੂੰ ਕਹਿ ਦਿੱਤਾ। ਇਹ ਤੇ ਗੁਰੂ ਦੀ ਮਰਜ਼ੀ ਹੈ। ਹੁਣ ਕਈ ਜੇ ਸ਼ੰਕਾ ਕਰਨ ਗੁਰੂ ਨੇ ਕਿਉਂ ਕੀਤਾ, ਇਹ ਕੁਦਰਤ ਹੈ। ਗੁਰੂ ਤੇ ਆਪ ਹੀ ਹੁਕਮ ਦੇਣ ਵਾਲਾ ਹੈ, ਉਹਦੀ ਮਰਜ਼ੀ ਹੈ। ਸਾਧ ਸੰਗਤ ਦੇ ਇੱਕ ਵਾਰੀ ਗੁਰੂ ਸਾਹਿਬ ਜੀ ਦੇ ਕੋਲ ਦੋ ਸਿੱਖ ਚੱਲ ਕੇ ਆਏ। ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਸਾਡਾ ਜਿਹੜਾ ਪਿੰਡ ਹੈ ਉੱਥੇ ਜੋਗੀ ਰਹਿੰਦੇ ਨੇ ਤੇ ਜੋਗੀਆਂ ਨੇ ਮੰਤਰਾਂ ਤੰਤਰਾਂ ਦੇ ਨਾਲ ਸਾਰੇ ਪਿੰਡ ਵਾਲਿਆਂ ਨੂੰ ਬੜਾ ਪਰੇਸ਼ਾਨ ਕੀਤਾ ਹੈ। ਸਾਰਿਆਂ ਨੂੰ ਤੰਗ ਕਰਦੇ ਨੇ, ਕਿਸੇ ਨੂੰ ਮੰਤਰ ਮਾਰਦੇ ਨੇ, ਕਿਉਂਕਿ ਜੋਗੀਆਂ ਦੇ ਕੋਲ ਮੰਤਰ ਹੁੰਦੇ ਨੇ, ਕਿਸੇ ਨੂੰ ਮੰਤਰ ਮਾਰ ਕੇ ਪਰੇਸ਼ਾਨ ਕਰ ਦਿੰਦੇ ਨੇ। ਮਹਾਰਾਜ ਅਸੀਂ ਕੀ ਕਰੀਏ? ਗੁਰੂ ਜੀ ਉਹਨਾਂ ਨੂੰ ਕਹਿੰਦੇ ਤੁਸੀਂ ਕੁਛ ਨਹੀਂ ਕਰਨਾ। ਜਿਹੜੇ ਇਹ ਮੰਤਰ ਤੰਤਰ ਹੁੰਦੇ ਨੇ ਇਹ ਕਮਜ਼ੋਰ ਮਨਾਂ 'ਤੇ ਅਸਰ ਕਰਦੇ ਨੇ। ਜਿਹੜੇ ਮਨ ਪ੍ਰਭੂ ਦੀ ਬੰਦਗੀ ਕਰਦੇ ਨੇ ਉਹਨਾਂ 'ਤੇ ਇਹਨਾਂ ਦਾ ਅਸਰ ਨਹੀਂ ਹੈ। ਤੁਸੀਂ ਐਵੇਂ ਕਰੋ, ਤੁਸੀਂ ਜਾ ਕੇ ਸਤਨਾਮ ਜਪਿਆ ਕਰੋ, ਬਸ ਹੋਰ ਕੁਝ ਨਹੀਂ ਕਰਨਾ। ਇਹ ਜਿਹੜੇ ਮੰਤਰ ਨੇ ਇਹ ਤੁਹਾਡੇ 'ਤੇ ਅਸਰ ਨਹੀਂ ਕਰਨਗੇ। ਉਹ ਦੋਵੇਂ ਸਿੱਖ ਉੱਥੋਂ ਤੁਰੇ, ਉਹਨਾਂ ਜਾ ਕੇ ਸਤਨਾਮ ਦਾ ਜਾਪ ਸ਼ੁਰੂ ਕੀਤਾ। ਜੋਗੀ ਮੰਤਰ ਮਾਰਦੇ ਨੇ, ਅਸਰ ਨਹੀਂ ਕਰਦੇ, ਕਿਉਂਕਿ ਸਾਧ ਸੰਗਤ ਜਿਹੜੇ ਮੰਤਰ ਨੇ ਇਹਨੂੰ ਅੱਜ ਦੀ ਭਾਸ਼ਾ ਵਿੱਚ ਕਹੀਏ ਇੱਕ ਸ਼ਕਤੀ, ਇੱਕ એનર્ਜੀ ਪੈਦਾ ਕਰਦੇ ਨੇ ਮੰਤਰ ਵੀ। ਜਿਹੜੀ ਵੀ ਚੀਜ਼ ਨੂੰ ਮਨੁੱਖ ਬਾਰ-ਬਾਰ ਜਪੀ ਜਾਏਗਾ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੋ ਜਾਂਦੀ ਹੈ, ਉਹਦੇ ਤੋਂ ਉਹ ਕੁਝ ਵੀ ਕਰ ਸਕਦਾ ਹੈ। ਹੁਣ ਜੇ ਮਨੁੱਖ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਕੋਈ ਵੀ ਨਾਮ, ਬੜੇ ਨਾਮ ਨੇ ਉਹਦੇ, ਜਿਹੜਾ ਵੀ ਨਾਮ ਉਹ ਜਪੇ ਉਸ ਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਹੈ। ਉਹ ਜਿਹੜੀ ਸ਼ਕਤੀ ਵੱਡੇ ਵੱਡੇ ਮੰਤਰਾਂ ਨੂੰ ਦੂਰ ਕਰ ਦਿੰਦੀ ਹੈ। ਮੈਂ ਆਪ ਜੀ ਨੂੰ ਪਹਿਲਾਂ ਵੀ ਸੁਣਾਇਆ, ਇੱਕ ਮੇਰੇ ਨੇੜੇ ਹੀ ਘਟਨਾ ਵਾਪਰੀ। ਉਹ ਇੱਕ ਮਨੁੱਖ ਮੰਤਰ ਪੜ੍ਹ ਰਿਹਾ ਸੀ, ਨਗਾਂ ਦੀ ਮੈਂ ਘਟਨਾ ਆਪ ਜੀ ਨੂੰ ਸੁਣਾਈ ਸੀ। ਆ ਜਿਹੜੇ ਨਗ ਪਾਉਂਦੇ ਨੇ ਇਹ ਮੰਤਰ ਮਾਰ ਕੇ ਕਦੀ ਵੇਖਣਾ ਬਾਟੇ ਦੇ ਵਿੱਚ ਨਗ ਉਛਲਣ ਲੱਗ ਜਾਂਦਾ, ਐਵੇਂ ਕਰਦੇ ਨੇ। ਫਿਰ ਨਗ ਜਿਹਦੇ ਨਾਂ ਦਾ ਨਗ ਹੁੰਦਾ ਹੈ ਉੱਤੇ ਲੱਕੜ ਦੇ ਨਾਲ ਕੁਝ ਘੁਮਾਉਂਦੇ ਨੇ, ਉਹ ਨਗ ਉਛਲਦਾ ਹੈ ਉਹਦਾ ਨਾਂ ਦਾ। ਇੱਕ ਆਪਣੇ ਕਿਤੇ ਨੇੜੇ ਦੀ ਰਿਸ਼ਤੇਦਾਰੀ 'ਚੋਂ ਮਨੁੱਖ ਸੀ ਨਾਮ ਜਪਣ ਵਾਲਾ। ਉਹਨੂੰ ਕਹਿੰਦਾ ਭਾਈ ਤੇਰਾ ਜਿਹੜਾ ਮੰਤਰ ਹੈ, ਤੇਰਾ ਜਿਹੜਾ ਨਗ ਹੈ ਮੇਰੇ ਨਾਮ 'ਤੇ ਨਹੀਂ ਉਛਲੇਗਾ, ਇਹ ਹੋ ਹੀ ਨਹੀਂ ਸਕਦਾ। ਉਹਨੇ ਸ਼ੁਰੂ ਕਰ ਦਿੱਤਾ ਜਪਣਾ, ਇਹਨੇ ਵੀ ਸ਼ੁਰੂ ਕਰ ਦਿੱਤਾ।
ਉਛਲਿਆ ਨਾ। ਉਹ ਕਹਿੰਦਾ ਮੇਰਾ ਉਸਤਾਦ ਵੀ ਇੱਥੇ ਹੀ ਹੈ, ਉਹਨੂੰ ਸੱਦਾ। ਉਹ ਵੀ ਆ ਗਿਆ, ਉਹਨੇ ਫੇਰ ਸ਼ੁਰੂ ਕਰ ਦਿੱਤਾ ਜਪਣਾ, ਫੇਰ ਨਾ ਉਛਲਿਆ। ਕਹਿੰਦਾ ਤੂੰ ਕੁਛ ਜਪਦਾ ਹੈ ਆਪਣੇ ਮੂੰਹ ਦੇ ਵਿੱਚ? ਉਹ ਕਹਿੰਦੇ ਮੈਂ ਕੁਛ ਨਹੀਂ ਜਪਦਾ, ਇੱਕ ਗੁਰੂ ਨਾਨਕ ਦਾ ਮੂਲ ਮੰਤਰ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਰੱਬ ਦੀ ਸਿਫਤ ਹੈ ਸਾਰੀ, ਪ੍ਰਮਾਤਮਾ, ਮੈਂ ਇਹਨੂੰ ਜਪਦਾ ਪਿਆ। ਕਹਿੰਦੇ ਬਸ ਤਾਂ ਹੀ ਤੇ ਫਿਰ ਮੇਰਾ ਜਿਹੜਾ ਨਗ ਹੈ ਇਹ ਉਛਲ ਨਹੀਂ ਰਿਹਾ, ਕਿਉਂਕਿ ਉਹ ਵੀ ਇੱਕ ਐਨਰਜੀ ਹੈ, ਉਹ ਵੀ ਜਪ ਰਿਹਾ, ਉਹ ਵੀ ਇੱਕ ਸ਼ਕਤੀ ਹੈ। ਪਰ ਉਹਨੇ ਜਿਹੜੀ ਸ਼ਕਤੀ ਜਪੀ ਹੈ, ਸ਼ਾਇਦ ਉਹ ਕਿਸੇ ਦੇ ਮਾੜੇ ਕਰਨ ਵਾਸਤੇ ਜਪਦਾ ਹੋਏ। ਔਰ ਐਸੇ ਮੰਤਰ ਵੀ ਹੈਗੇ ਨੇ ਕਈ, ਐਸੇ ਰਾਵਣ ਸੰਹਿਤਾ ਹੈ ਇੱਕ ਕਿਤਾਬ, ਕਈ ਗੋਰਖ ਦੇ ਐਸੇ ਮੰਤਰ ਨੇ ਜਿਹੜੇ ਲੋਕ ਕਰਦੇ ਨੇ। ਪਰ ਜਿਹੜਾ ਗੁਰੂ ਮੰਤਰ ਹੈ ਇਹ ਵੀ ਮੰਤਰ ਹੈ। ਮੰਤਰ ਦਾ ਮਤਲਬ ਹੁੰਦਾ ਸਿਫਤ ਸਲਾਹ, ਬਾਰ-ਬਾਰ ਕਿਸੇ ਦੀ ਸਿਫਤ ਸਲਾਹ ਕਰਨੀ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਤੇ ਜਿਹੜੇ ਤੰਤਰ ਮੰਤਰ ਇਹ ਅਸਰ ਨਹੀਂ ਕਰਦੇ। ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲੱਗੇ, ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਨਾ ਉਹਨਾਂ ਨੂੰ ਕੋਈ ਤੰਤਰ ਲੱਗਦਾ ਨਾ ਮੰਤਰ ਲੱਗਦਾ। ਉਹ ਵੱਖਰੀ ਗੱਲ ਹੈ। ਜੇ ਇਸ ਮਨੁੱਖ ਨੇ ਨਾਮ ਜਪਣਾ ਹੀ ਨਹੀਂ ਪਰਮੇਸ਼ਰ ਦਾ, ਉਹਨੂੰ ਫਿਰ ਸਾਰਾ ਕੁਛ ਹੀ ਹੈ। ਮਹਾਰਾਜ ਕਹਿੰਦੇ ਨੇ ਕੋਟ ਵਿਗਨ ਤਿਸ ਲਾਖ ਦੇ ਜਿਸ ਚੀਤ ਨਾ ਆਵੇ। ਉਹਨੂੰ ਤੇ ਕਰੋੜਾਂ ਹੀ ਵਿਗਨ ਨੇ। ਇੱਕ ਕੀ, ਜਿਹਨੇ ਨਾਮ ਨਹੀਂ ਜਪਿਆ, ਪਰਮੇਸ਼ਰ ਨੂੰ ਕਦੇ ਯਾਦ ਨਹੀਂ ਕੀਤਾ, ਉਹਦੇ ਤੇ ਮਨ ਦੇ ਵਿੱਚ ਕਰੋੜਾਂ ਹੀ ਪਰੇਸ਼ਾਨੀਆਂ ਨੇ। ਕਿਉਂ? ਨਾਮ ਜਪਿਆ ਨਹੀਂ, ਮਨ ਤੋਂ ਭਾਰ ਲਿਆ ਨਹੀਂ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਬੀਬੀ ਨੂੰ ਕਹਿੰਦੇ ਨੇ ਹੁਣ ਇਹ ਤਈਆ ਤਾਪ ਜਿਹੜਾ ਤੇਰੇ ਪੁੱਤਰ ਨੂੰ ਨਹੀਂ ਮਾਰ ਸਕੇਗਾ, ਕਿਉਂਕਿ ਇਸ ਨੂੰ ਅਸੀਂ ਕਾਬੂ ਦੇ ਵਿੱਚ ਕਰ ਲਿਆ ਹੈ। ਚਰਨ ਜੰਜੀਰ ਡਾਰ ਕਰ ਦੀਨ, ਗਰ ਮਹਿ ਤੌਕ ਪਾਏ ਬੋ ਕੀਨ। ਇਹ ਕਵੀ ਜੀ ਭਾਵੇਂ ਇਹਨੂੰ ਕਾਲਪਨਿਕ ਤਰੀਕਾ ਸਮਝੀਏ, ਕਹਿੰਦੇ ਨੇ ਇੱਕ ਬੱਚੇ ਦਾ ਰੂਪ ਤਈਏ ਤਾਪ ਨੂੰ ਦੇ ਦਿੱਤਾ। ਉਹਦੇ ਗਲ ਦੇ ਵਿੱਚ ਵੀ ਜੰਜੀਰ ਪਾ ਦਿੱਤੀ ਹੈ, ਉਹਦੇ ਪੈਰਾਂ ਵਿੱਚ ਵੀ ਜੰਜੀਰ ਪਾ ਦਿੱਤੀ ਹੈ। ਜੁਗ ਹਾਥਨ ਮੈਂ ਡਾਰ ਹਥੌਰੀ, ਲੋਹ ਪਿੰਜਰੇ ਮੈਂ ਤਿਸ ਠੋਰੀ। ਉਹਦੇ ਹੱਥਾਂ ਵਿੱਚ ਜੰਜੀਰਾਂ ਬੰਨ੍ਹ ਕੇ ਇੱਕ ਲੋਹੇ ਦੇ ਪਿੰਜਰੇ ਵਿੱਚ ਉਹਨੂੰ ਜਕੜ ਦਿੱਤਾ ਹੈ। ਪਾਏ ਬੀਚ ਨਿਜ ਪੌਰ ਟਿਕਾਇਓ, ਕਹਿਓ ਗੁਰੂ ਇਨ ਤਰਾਸ ਨਾ ਪਾਇਓ। ਲੋਹੇ ਦੇ ਪਿੰਜਰੇ ਵਿੱਚ ਉਹਦੇ ਪੈਰ ਟਿਕਾ ਦਿੱਤੇ ਤਈਏ ਤਾਪ ਦੇ। ਗੁਰੂ ਜੀ ਨੇ ਕਿਹਾ ਇਸ ਨੇ ਸਾਡਾ ਡਰ ਨਹੀਂ ਮੰਨਿਆ, ਭਾਵ ਬਿਨਾਂ ਡਰ ਤੋਂ ਹੀ ਇਸ ਨੇ ਆ ਕੇ ਵਿਧਵਾ ਦੇ ਪੁੱਤਰ ਨੂੰ ਮਾਰ ਦਿੱਤਾ ਹੈ। ਆਨ ਅਵਗਿਆ ਪੁਰ ਮਹਿ ਕੀਨ, ਵਿਧਵਾ ਕੋ ਬਾਲਕ ਹੱਥ ਦੀਨ। ਇਹਨੇ ਸਾਡੀ ਨਗਰੀ ਦੇ ਵਿੱਚ ਆ ਕੇ ਅਵਗਿਆ ਕੀਤੀ ਹੈ, ਵਿਧਵਾ ਦੇ ਬਾਲਕ ਨੂੰ ਇਹਨੇ ਮਾਰਿਆ ਹੈ। ਹਮਰੋ ਕਰਿਓ ਪ੍ਰਾਨ ਨਹਿ ਜਾਣਿਓ, ਮਾਤਾ ਹੈ ਪਿਤਾ ਹੈ ਪੇਖਤ ਸੋ ਹਾਨਿਓ। ਕਹਿੰਦੇ ਮਹਾਰਾਜ ਕਹਿੰਦੇ ਇਹਨੇ ਸਾਡਾ ਪ੍ਰਣ ਨਹੀਂ ਜਾਣਿਆ, ਇਹਨੇ ਮਾਤਾ ਪਿਤਾ ਦੇ ਰਹਿੰਦਿਆਂ ਹੀ ਉਸ ਦੇ ਬੱਚੇ ਨੂੰ ਮਾਰ ਦਿੱਤਾ ਹੈ। ਏਕ ਰੋਗ ਕੋ ਹੋਏ ਸਜਾਏ, ਪੁਨ ਹਮਰੇ ਪੁਰ ਕੋਏ ਨਾ ਆਏ। ਮਹਾਰਾਜ ਜੀ ਕਹਿੰਦੇ ਨੇ ਵੀ ਇਸ ਨੂੰ ਜੇ ਸਜ਼ਾ ਹੋਏਗੀ ਨਾ, ਦੁਬਾਰਾ ਫਿਰ ਕੋਈ ਰੋਗ ਇੱਥੇ ਆ ਕੇ ਨਹੀਂ ਵੜੇਗਾ। ਰਹਿ ਪਿੰਜਰੇ ਮੈਂ ਇਹੋ ਪਰਿਓ, ਗੋਇੰਦਵਾਲ ਨਿਡਰ ਹੋਏ ਬਰਿਓ। ਕਹਿੰਦੇ ਇਹ ਗੋਇੰਦਵਾਲ ਸਾਹਿਬ ਦੀ ਨਗਰੀ ਦੇ ਵਿੱਚ ਨਿਡਰ ਹੋ ਕੇ ਵੜਿਆ, ਹੁਣ ਇੱਥੇ ਇਹ ਪਿਆ ਹੀ ਰਹੇਗਾ। ਇਮ ਕਹਿ ਆਪਣੇ ਪੌਰ ਰਖਾਇਓ, ਕੇਤਕ ਮਾਸਨ ਸਮਾਂ ਬਿਤਾਇਓ। ਐਵੇਂ ਕਹਿ ਕੇ ਮਹਾਰਾਜ ਜੀ ਨੇ ਉਹਨੂੰ ਇੱਕ ਰੂਪ ਦੇ ਦਿੱਤਾ ਬੱਚੇ ਦਾ ਤੇ ਦਰਵਾਜ਼ੇ ਵਿੱਚ ਰਖਾ ਦਿੱਤਾ ਹੈ, ਤੇ ਕਈ ਦਿਨ ਤਾਈਂ ਉੱਥੇ ਪਿਆ ਹੀ ਰਿਹਾ ਹੈ। ਗੁਰ ਬਚ ਸੰਗਲ ਸੰਗ ਰਹਿਓ ਹੈ, ਛੁਦਤ ਅਧਿਕ ਨਾ ਆਹਾਰ ਲਿਓ ਹੈ। ਕਹਿੰਦੇ ਇਵੇਂ ਕਵੀ ਜੀ ਇਹ ਕਲਪਨਾ ਦੇ ਦ੍ਰਿਸ਼ ਤੋਂ ਇਹਨੂੰ ਕਹਿ ਰਹੇ ਨੇ, ਕਹਿੰਦੇ ਇਵੇਂ ਲੱਗਦਾ ਉਹਨੂੰ ਰੋਟੀ ਵੀ ਨਹੀਂ ਮਿਲੀ। ਬੱਚੇ ਦਾ ਰੂਪ ਤਈਏ ਤਾਪ ਨੇ ਧਾਰ ਲਿਆ। ਕਹਿੰਦੇ ਬਾਰ-ਬਾਰ ਉਹ ਉੱਥੇ ਪਿਆ ਨਿਰਬਲ ਹੋ ਗਿਆ ਹੈ। ਦੁਰਲਭ ਅੰਗ ਹੋਏ ਬਹੁ ਗਇਓ, ਗੁਰ ਸਿੱਖਨ ਕੋ ਬੰਦਤ ਭਇਓ। ਉਹਦਾ ਜਿਹੜਾ ਦੁਰਬਲ ਸਰੀਰ ਹੋ ਗਿਆ, ਸਿੱਖਾਂ ਨੂੰ ਵੀ ਆਉਂਦਿਆਂ ਜਾਂਦਿਆਂ ਨੂੰ ਉਹ ਬੰਧਨਾ ਕਰਦਾ ਹੈ। ਕੋ ਆਵਹਿ ਐਸੋ ਉਪਕਾਰੀ, ਮੋਹਿ ਮੁਚਾਵਹਿ ਕਰੁਣਾ ਧਾਰੀ। ਹੁਣ ਸੋਚਦਾ ਹੈ ਤਈਆ ਤਾਪ ਕੋਈ ਐਸਾ ਪਰਉਪਕਾਰੀ ਆਏ ਜਿਹੜਾ ਮੇਰੇ ਤੇ ਕਰਨਾ ਕਰਕੇ ਮੈਨੂੰ ਛੁਡਾ ਦੇਵੇ।
ਨਿਕਟ ਕਦੀਮੀ ਸੇਵਕ ਜੋਏ, ਲਖੈ ਦੁਖਦ ਹਿਤ ਕਹਿ ਨ ਸੋਏ। ਜਿਹੜੇ ਪੁਰਾਣੇ ਗੁਰੂ ਸਾਹਿਬ ਦੇ ਨੇੜੇ ਸੇਵਕ ਰਹਿੰਦੇ ਸਨ ਉਹ ਵੀ ਵੇਖਦੇ ਨੇ, ਪਰ ਕੋਈ ਵੀ ਉਸ ਬਾਰੇ ਨਹੀਂ ਕਹਿੰਦਾ ਹੈ। ਡੱਲੇ ਗ੍ਰਾਮ ਵਿਖੈ ਸਿੱਖ ਜੇਈ, ਗੁਰ ਦਰਸ਼ਨ ਹਿਤ ਆਏ ਸੇ। ਇੱਕ ਨਗਰ ਹੈ ਡੱਲਾ, ਉਹਦੇ ਵਿੱਚ ਸਿੱਖ ਰਹਿੰਦੇ ਸਨ, ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਏ ਹਨ। ਅਰਪ ਅਕੋਰ ਅਨੇਕ ਪ੍ਰਕਾਰ, ਸ੍ਰੀ ਸਤਿਗੁਰ ਮੁਖ ਕਮਲ ਨਿਹਾਰ। ਮਹਾਰਾਜ ਜੀ ਦੇ ਅੱਗੇ ਬੜੀਆਂ ਭੇਟਾਵਾਂ ਰੱਖ ਕੇ ਬੈਠ ਗਏ ਹਨ। ਕਰ ਕਰ ਬੰਧਨ ਬੈਠਨ ਜੀਕਾ, ਬੋਲੇ ਗੁਰੂ ਗਿਰਾ ਰਮਨੀਕਾ। ਮਹਾਰਾਜ ਜੀ ਦੇ ਕੋਲ ਹੱਥ ਜੋੜ ਕੇ ਬੈਠ ਗਏ, ਫਿਰ ਗੁਰੂ ਸਾਹਿਬ ਜੀ ਉਹਨਾਂ ਨੂੰ ਸੁੰਦਰ ਬਚਨ ਕਹਿੰਦੇ ਹਨ। ਕੁਸ਼ਲ ਆਨੰਦ ਸਭਨ ਮਹਾ ਹੈ, ਮਿਲ ਸੰਗਤ ਕੋ ਰਸ ਲਹੇ। ਮਹਾਰਾਜ ਜੀ ਕਹਿੰਦੇ ਸਿੱਖੋ ਤੁਸੀਂ ਸਾਰੇ ਕੁਸ਼ਲ ਮੰਗਲ ਹੋ, ਆਨੰਦ ਵਿੱਚ ਰਹਿੰਦੇ ਹੋ। ਡੱਲੇ ਮਹਿ ਸਿੱਖ ਸੇਵਕ ਮੇਰੇ, ਪਾਰੋ ਲਾਲੋ ਆਦ ਵਡੇਰੇ। ਮਹਾਰਾਜ ਕਹਿੰਦੇ ਡੱਲੇ ਪਿੰਡ ਵਿੱਚ ਸਾਡੇ ਸਿੱਖ ਨੇ, ਭਾਈ ਪਾਰੋ, ਭਾਈ ਲਾਲੋ, ਇਹ ਉਹਨਾਂ ਸਿੱਖਾਂ ਦੇ ਨਾਮ ਹਨ। ਨਿਤ ਪ੍ਰਤ ਮੋਕੋ ਅਤਿਸ਼ੈ ਪਿਆਰੇ, ਜਿਨ ਮਿਲਬਿਓ ਨਰ ਔਰ ਉਧਾਰੇ। ਮਹਾਰਾਜ ਕਹਿੰਦੇ ਮੈਂ ਉਹਨਾਂ ਨਾਲ ਬੜੀ ਪ੍ਰੀਤ ਕਰਦਾ, ਕਿਉਂਕਿ ਪ੍ਰੀਤ ਦਾ ਕਾਰਨ ਇਹ ਹੈ ਉਹ ਆਪ ਵੀ ਨਾਮ ਜਪਾਉਂਦੇ ਨੇ ਤੇ ਦੂਜੇ ਵੀ, ਆਪ ਵੀ ਜਪਦੇ ਨੇ ਤੇ ਦੂਜਿਆਂ ਨੂੰ ਵੀ ਜਪਾਉਂਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਜੋ ਆਪ ਪਰਮੇਸ਼ਰ ਦਾ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ। ਸਾਧ ਸੰਗਤ ਸਭ ਤੋਂ ਵੱਡਾ ਜੇ ਕਿਤੇ ਪੁੰਨ ਹੈ ਨਾ ਇਸ ਸਮੇਂ 'ਚ, ਅੱਜ ਦੇ ਸਮੇਂ 'ਚ, ਉਹ ਇੱਕ ਹੀ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਆਪ ਗੋਬਿੰਦ ਦੇ ਗੁਣ ਗਾਉਣੇ ਤੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਗੋਬਿੰਦ ਦੇ ਗੁਣ ਗਾਉਣ ਲਈ। ਵੀ ਆਪ ਗੋਬਿੰਦ ਦੇ ਗੁਣ ਗਾਵਾਂਗੇ, ਦੂਜਿਆਂ ਨੂੰ ਗਵਾਵਾਂਗੇ, ਇਹ ਸਾਰਾ ਜਿਹੜਾ ਸੰਸਾਰ ਇਹ ਸੁਖਮਈ ਹੋ ਜਾਏਗਾ, ਸ਼ਾਂਤਮਈ ਹੋ ਜਾਏਗਾ।